ਸਤਿ ਸ਼੍ਰੀ ਅਕਾਲ, ਸਵਾਗਤ ਹੈ। ਇਸ ਸਮੇਂ ਦੀ ਵੱਡੀ ਖਬਰ ਦਾ ਅਸੀਂ ਸਿੱਧਾ ਰੁਕ ਕਰਾਂਗੇ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ। ਜੀ ਹਾਂ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਹੀਂ ਰਹੇ ਨੇ। 84 ਸਾਲ ਦੀ ਉਮਰ ਦੇ ਵਿੱਚ ਮੁਖਰਜੀ ਦਾ ਦੇਹਾਂਤ ਹੋਇਆ। ਦਿੱਲੀ ਦੇ ਆਰਮੀ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਬੇਟੇ ਅਭਿਜੀਤ ਮੁਖਰਜੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। 2012 ਤੋਂ ਲੈ ਕੇ 2017 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ। 2019 ਦੇ ਵਿੱਚ ਭਾਰਤ ਰਤਨ ਦੇ ਨਾਲ ਵੀ ਉਹਨਾਂ ਨੂੰ ਨਵਾਜ਼ਿਆ ਗਿਆ। ਲੰਬੇ ਵੇਲੇ ਤੋਂ ਬਿਮਾਰ ਚੱਲ ਰਹੇ ਸਨ। ਇਹ ਵੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਕੋਰੋਨਾ ਰਿਪੋਰਟ ਵੀ ਪੋਜ਼ਿਟਿਵ ਆਈ ਸੀ। ਇਸ ਸਭ ਦੇ ਵਿਚਾਲੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। 84 ਸਾਲ ਦੀ ਉਮਰ ਦੇ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੰਤਿਮ ਸਾਹ ਲਏ ਨੇ। ਇੱਕ ਵੱਡੀ ਖਬਰ ਇਸ ਸਮੇਂ, ਦੁਖਦਾਈ ਖਬਰ, ਕਿਉਂਕਿ ਲੰਬੇ ਵੇਲੇ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਸੀ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਭਾਰਤ ਰਤਨ ਦੇ ਨਾਲ ਨਵਾਜ਼ੇ ਗਏ ਲੰਘੇ ਸਾਲ 2019 ਦੇ ਵਿੱਚ, ਤੇ ਉਹਨਾਂ ਲੀਡਰਾਂ ਦੇ ਵਿੱਚੋਂ ਗਿਣੇ ਗਏ ਜੋ ਬਿਲਕੁਲ ਪਾਰਟੀ ਲਾਈਨ ਤੋਂ ਹਟ ਕੇ ਵੀ ਕੰਮ ਕਰਦੇ ਨੇ। ਇਸੇ ਕਰਕੇ 2019 ਦੇ ਵਿੱਚ ਦੇਖੋ, ਸਰਕਾਰ ਬੇਸ਼ੱਕ ਬੀਜੇਪੀ ਐਨਡੀਏ ਦੀ ਸੀ ਔਰ ਪ੍ਰਣਬ ਮੁਖਰਜੀ ਕਾਂਗਰਸ ਦੇ ਨਾਲ ਤਾਲੁਕ ਰੱਖਦੇ ਸਨ, ਪਰ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਨਵਾਜ਼ਿਆ ਗਿਆ। 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਇਸ ਦੇ ਉੱਤੇ ਲਗਾਤਾਰ ਹੁਣ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੱਲੋਂ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਭਿਜੀਤ ਮੁਖਰਜੀ ਦੇ ਵੱਲੋਂ ਉਹਨਾਂ ਦੇ ਬੇਟੇ ਦੇ ਵੱਲੋਂ ਟਵੀਟ ਕਰਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੂੰ 10 ਅਗਸਤ ਨੂੰ ਤੁਹਾਨੂੰ ਦੱਸ ਦਈਏ ਕਿ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦੀ ਸਰਜਰੀ ਹੋਈ ਸੀ, ਕਲੌਟ ਸੀ ਉਹਨਾਂ ਦੇ ਬ੍ਰੇਨ ਦੇ ਵਿੱਚ, ਜਿਸ ਨੂੰ ਰਿਮੂਵ ਕੀਤਾ ਗਿਆ, ਤੇ ਲੰਗ ਇਨਫੈਕਸ਼ਨ ਵੀ ਹੋ ਰਿਹਾ ਸੀ। ਤੇ ਇਸ ਵਿਚਾਲੇ ਉਹਨਾਂ ਦੀ ਕੋਰੋਨਾ ਰਿਪੋਰਟ ਵੀ ਪੋਜ਼ਿਟਿਵ ਆਈ ਤੇ ਲਗਾਤਾਰ ਵੈਂਟੀਲੇਟਰ ਦੇ ਉੱਤੇ ਵੀ ਉਹਨਾਂ ਨੂੰ ਰੱਖਿਆ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਵੀ ਉਹਨਾਂ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਤਾਂ ਇੱਕ ਵੱਡੀ ਖਬਰ ਇਸ ਸਮੇਂ ਦੀ ਅਸੀਂ ਤੁਹਾਨੂੰ ਦੱਸ ਰਹੇ ਹਾਂ, ਦੇਸ਼ ਦੇ ਲਈ ਦੁਖਦਾਈ ਖਬਰ। ਪ੍ਰਣਬ ਮੁਖਰਜੀ ਸਾਬਕਾ ਰਾਸ਼ਟਰਪਤੀ 2012 ਤੋਂ ਲੈ ਕੇ 17 ਤੱਕ ਦੇਸ਼ ਦੇ ਉਹ ਰਾਸ਼ਟਰਪਤੀ ਰਹੇ, ਤੇ ਉਹਨਾਂ ਦੇ ਦੇਹਾਂਤ ਦੀ ਖਬਰ ਇਸ ਸਮੇਂ ਸਾਹਮਣੇ ਆ ਰਹੀ ਹੈ। 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ। साढ़े सहयोगी इस समय अनूप गुप्ता साढ़े नाल जुड़ रहे हैं फोन लाइन के उत्ते। अनूप, आपके पास क्या कुछ जानकारी? एक दुखदाई खबर है, 84 साल की उम्र में जो पूर्व राष्ट्रपति हैं उनका देहांत हुआ है। देखिए, बिल्कुल ये दुखद खबर है। खुद प्रणब मुखर्जी के जो बेटे हैं अभिजीत मुखर्जी, उन्होंने ट्वीट करके ये जानकारी दी है कि अब प्रणब हमारे बीच नहीं है, उनका निधन हो गया। लंबे वक्त से आरआर हॉस्पिटल में उनका इलाज चल रहा था। आपको बता दें कि सर पे एक ब्लड क्लॉट की वजह से वो भर्ती हुए थे। हालांकि बाद में उन्हें वहां पता चला था कि उन्हें कोरोना भी हो गया है। उसके बाद से ही लगातार वहां एक डॉक्टरों की टीम उनका इलाज कर रही थी, लेकिन जिस तरीके से उनके सेहत में लगातार गिरावट देखने को मिली, उसके बाद वो रिकवर वो नहीं कर पाए और कोमा में चले गए थे। आज सुबह ही खबर आई थी कि उनकी सेहत में भारी गिरावट आई है और अब वो इस दुनिया में नहीं रहे। तो कह सकते हैं कि राजनीति में एक बड़ा कद का नेता आज इस दुनिया से विदा हो गया है। बड़ा कद था प्रणब मुखर्जी का इस राजनीति में, केवल कांग्रेस के लिए नहीं, ये बल्कि भारतीय राजनीति के लिए एक बड़ा क्षति कह सकते हैं, क्योंकि इनके योगदान की वजह से ही इन्हें भारत रत्न 2019 में भारत रत्न दिया गया था। ये अपने आप में बहुत बड़ी बात कह सकते हैं, क्योंकि इन्हें भारत रत्न नरेंद्र मोदी सरकार में दिया गया था। ये अपने आप में बड़ी बात है। बड़े कांग्रेसी नेता के तौर पर जाने जाते हैं, लेकिन देखिए इनकी पहचान कितनी बड़ी थी कि भारत रत्न दिया गया, वो भी जब बीजेपी केंद्र में बीजेपी की सरकार थी। तो प्रणब दादा एक अपना कद रहा है, वाकई एक भारतीय राजनीति के लिए बहुत बड़ी क्षति कह सकते हैं। जी
ਸ਼ੁਕਰੀਆ ਅਨੂਪ, ਧੰਨਵਾਦ ਸਾਡਾ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। 2019 ਦੇ ਵਿੱਚ ਭਾਰਤ ਰਤਨ ਦੇ ਨਾਲ ਨਵਾਜ਼ੇ ਗਏ, ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਦੇਖੋ ਆਮ ਤੌਰ ਤੇ ਜੇ ਕਿਸ ਪਾਰਟੀ ਦੇ ਨਾਲ ਉਹ ਸੰਬੰਧਿਤ ਹੁੰਦਾ ਤਾਂ ਉਸ ਪਾਰਟੀ ਦੀ ਸਰਕਾਰ ਹੋਵੇ, ਉਸ ਸਮੇਂ ਹੀ ਕਿਹਾ ਜਾਂਦਾ ਕਿ ਇੰਨਾ ਵੱਡਾ ਸਨਮਾਨ ਮਿਲਦਾ ਹੈ, ਪਰ ਐਨਡੀਏ ਦੀ ਸਰਕਾਰ ਸੀ ਤੇ ਪ੍ਰਣਬ ਮੁਖਰਜੀ ਨੂੰ ਉਸ ਸਮੇਂ ਦਿੱਤਾ ਗਿਆ ਭਾਰਤ ਰਤਨ। ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੈ ਭਾਰਤ ਰਤਨ, ਜਿਸ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਸੀ। ਉਹਨਾਂ ਦੇ ਬੇਟੇ ਦੇ ਵੱਲੋਂ ਟਵੀਟ ਕੀਤਾ ਗਿਆ, ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਦੱਸ ਦਈਏ ਕਿ ਦੁਖੀ ਹਿਰਦੇ ਨਾਲ ਉਹਨਾਂ ਨੇ ਲਿਖਿਆ ਕਿ ਦੁਖੀ ਹਿਰਦੇ ਨਾਲ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਮੇਰੇ ਪਿਤਾ ਸ਼੍ਰੀ ਪ੍ਰਣਬ ਮੁਖਰਜੀ ਹੁਣ ਨਹੀਂ ਰਹੇ। ਆਰ ਹਸਪਤਾਲ ਦੇ ਡਾਕਟਰਾਂ ਦੀ ਕੋਸ਼ਿਸ਼ ਅਤੇ ਦੇਸ਼ ਭਰ ਦੇ ਲੋਕਾਂ ਦੀਆਂ ਦੁਆਵਾਂ ਦੇ ਬਾਵਜੂਦ ਉਹ ਨਹੀਂ ਰਹੇ। ਤੁਹਾਡੇ ਸਾਰਿਆਂ ਨੂੰ ਮੇਰਾ ਧੰਨਵਾਦ। ਉਹਨਾਂ ਦੇ ਬੇਟੇ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ ਹੋ ਗਿਆ। ਉਧਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਵੀ ਟਵੀਟ ਕੀਤਾ ਗਿਆ, ਉਹਨਾਂ ਨੇ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜਿਨ੍ਹਾਂ ਦਾ ਦੇਹਾਂਤ ਹੋਇਆ 84 ਸਾਲ ਦੀ ਉਮਰ ਦੇ ਵਿੱਚ। ਤਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਸ ਸਮੇਂ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ। ਪ੍ਰਣਬ ਮੁਖਰਜੀ ਇੰਡੀਅਨ ਪੋਲੀਟੀਸ਼ੀਅਨ ਜਿਨ੍ਹਾਂ ਨੇ 13ਵੇਂ ਪ੍ਰੈਜ਼ੀਡੈਂਟ ਯਾਨੀ ਕਿ 13ਵੇਂ ਰਾਸ਼ਟਰਪਤੀ ਦੇਸ਼ ਦੇ ਤੌਰ ਦੇ ਉੱਤੇ ਆਪਣੀਆਂ ਸੇਵਾਵਾਂ ਦਿੱਤੀਆਂ 2012 ਤੋਂ ਲੈ ਕੇ 2017 ਤੱਕ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਵੀ ਰਹੇ ਨੇ ਤੇ ਵੱਖ-ਵੱਖ ਅਹੁਦਿਆਂ ਦੇ ਉੱਤੇ ਵਿਰਾਜਮਾਨ ਰਹੇ, ਪਰ ਸਭ ਤੋਂ ਖਾਸ ਜੋ ਦਾ ਜ਼ਿਕਰ ਅਸੀਂ ਲਗਾਤਾਰ ਕਰ ਰਹੇ ਹਾਂ, ਹਾਲਾਂਕਿ ਉਹਨਾਂ ਦੇ ਕੋਲ ਬਹੁਤ ਸਾਰੇ ਅਹੁਦੇ ਰਹੇ ਨੇ ਜਦੋਂ UPA 1 ਜਾਂ UPA 2 ਦੀ ਸਰਕਾਰ ਸ਼ੁਰੂਆਤੀ ਦੌਰ ਦੇ ਵਿੱਚ ਸੀ। ਤਾਂ ਜੇ ਜ਼ਿਕਰ ਕਰਾਂ ਤਾਂ 2012 ਤੋਂ 2017 ਦੇ ਵਿੱਚ ਉਹ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਪਹਿਲੇ ਨਾਗਰਿਕ ਰਹੇ ਤੇ ਯੂਨੀਅਨ ਫਾਈਨਾਂਸ ਮਿਨਿਸਟਰ ਯਾਨੀ ਕਿ ਦੇਸ਼ ਦੇ ਜੋ ਉਹਨਾਂ ਨੇ ਵਿੱਤ ਮੰਤਰਾਲਾ ਵੀ ਸੰਭਾਲਿਆ 2009 ਤੋਂ ਲੈ ਕੇ 2012 ਤੱਕ, ਯਾਨੀ ਕਿ UPA 2 ਦੀ ਜਿਹੜੀ ਇਨਿੰਗ ਸੀ ਉਸ ਦੇ ਵਿੱਚ ਉਹਨਾਂ ਨੂੰ ਵਿੱਤ ਮੰਤਰਾਲਾ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਉਹਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਹਾਈਐਸਟ ਸਿਵਿਲੀਅਨ ਆਨਰ ਭਾਰਤ ਰਤਨ ਦੇ ਨਾਲ 2019 ਦੇ ਵਿੱਚ ਸਨਮਾਨਿਤ ਕੀਤਾ ਗਿਆ। ਤਾਂ ਫਾਈਨਾਂਸ ਮਿਨਿਸਟਰ ਰਹੇ ਨੇ ਉਹ 24 ਜਨਵਰੀ 2009 ਤੋਂ ਲੈ ਕੇ 24 ਜੁਲਾਈ 2012 ਤੱਕ। ਉਸ ਸਮੇਂ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਨੂੰ ਉਸ ਸਮੇਂ ਵਿੱਤ ਮੰਤਰਾਲਾ ਸੰਭਾਲਣ ਦਾ ਮੌਕਾ ਮਿਲਿਆ। ਖੁਦ ਬਹੁਤ ਵੱਡੇ ਅਰਥ ਸ਼ਾਸਤਰੀ ਕਹੇ ਜਾਂਦੇ ਨੇ ਡਾਕਟਰ ਮਨਮੋਹਨ ਸਿੰਘ ਜੋ ਸਾਬਕਾ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ, ਤੇ ਉਹਨਾਂ ਦੀ ਸਰਕਾਰ ਦੇ ਵਿੱਚ ਵਿੱਤ ਮੰਤਰਾਲਾ ਸੰਭਾਲਣ ਦਾ ਮੌਕਾ ਮਿਲਿਆ, ਉਹਨਾਂ ਨੂੰ ਜ਼ਿੰਮੇਵਾਰੀ ਮਿਲੀ। ਸਾਬਕਾ ਰਾਸ਼ਟਰਪਤੀ ਉਸ ਤੋਂ ਬਾਅਦ ਉਹ ਬਣੇ, ਉਸ ਤੋਂ ਬਾਅਦ 2012 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਦੇ ਅਹੁਦੇ ਨੂੰ ਸੰਭਾਲਿਆ। ਇਹ ਵੀ ਤੁਹਾਨੂੰ ਦੱਸ ਦਈਏ ਕਿ ਡਿਫੈਂਸ ਦੇ ਮਿਨਿਸਟਰੀ ਵੀ ਉਹਨਾਂ ਨੇ ਸੰਭਾਲੀ। ਉਹ UPA 1 ਜਦੋਂ ਕਿ 2004 ਤੋਂ ਲੈ ਕੇ 2009 ਦੀ ਸਰਕਾਰ ਸੀ, ਉਸ ਸਮੇਂ ਉਹਨਾਂ ਨੂੰ ਡਿਫੈਂਸ ਦਿੱਤਾ ਗਿਆ, ਯਾਨੀ ਕਿ ਰੱਖਿਆ ਮੰਤਰਾਲਾ ਦਿੱਤਾ ਗਿਆ 2004 ਤੋਂ ਲੈ ਕੇ 2006 ਤੱਕ। ਇਹ ਵੀ ਤੁਹਾਨੂੰ ਦੱਸ ਦਈਏ ਕਿ ਉਹ ਐਕਸਟਰਨਲ ਅਫੇਅਰਸ ਯਾਨੀ ਕਿ ਵਿਦੇਸ਼ ਮੰਤਰਾਲੇ ਨੂੰ ਵੀ ਉਹਨਾਂ ਨੇ ਸੰਭਾਲਿਆ ਤਾਂ ਵਿਦੇਸ਼ ਮੰਤਰਾਲਾ ਉਹਨਾਂ ਦੇ ਕੋਲ 2006 ਤੋਂ ਲੈ ਕੇ 2009 ਤੱਕ ਰਿਹਾ। 1995 ਤੋਂ 1996 ਦੇ ਵਿੱਚ ਵੀ ਉਹਨਾਂ ਕੋਲੇ ਪੂਰਾ ਦਫ਼ਤਰ ਰਿਹਾ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਸਭਾ ਦੇ ਲੀਡਰ ਵੀ ਕਾਂਗਰਸ ਦੇ ਰਹੇ ਨੇ 2004 ਤੋਂ ਲੈ ਕੇ 2012 ਤੱਕ, ਯਾਨੀ ਕਿ ਇੱਕ ਵੱਡਾ ਨਾਮ ਦੇਸ਼ ਦੀ ਸਿਆਸਤ ਦਾ ਪ੍ਰਣਬ ਮੁਖਰਜੀ 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਹੈ। ਇੱਕ ਤੁਹਾਨੂੰ ਦੱਸ ਦਈਏ ਕਿ 31 ਅਗਸਤ 2020 ਇੱਕ ਅਜਿਹਾ ਹੁਣ ਦਿਨ ਬਣ ਗਿਆ ਜਦੋਂ ਉਹਨਾਂ ਨੇ ਆਖਰੀ ਸਾਹ ਲਈ 11 ਦਸੰਬਰ 1935 ਦੇ ਵਿੱਚ ਉਹਨਾਂ ਦਾ ਜਨਮ। किसी विषय पे किसी वक्त उनसे बात कर लीजिए, क्या कुछ उनको कहने को था, कहाँ कहाँ के इतिहास की बातें, कहाँ
कानून की, जब संसद में भी कोई बात किसी ढंग की आ जाती थी तो वो उसको पुरानी पुरानी बातों का जिक्र करके उसमें कर लेते थे और काम रहते थे, हर वक्त काम में ही लगे रहते थे, उस फ्लो में रहते थे। कभी उनके घर जाओ तो देखते जा अपनी रात के समय डायरी लिख रहे हैं या किसी चीज़ का अध्ययन कर रहे हैं, पढ़ रहे हैं। तो कोई मौका नहीं था जब उनको बिना काम करते किसी वक्त देखा हो, ऐसा एक व्यक्तित्व था उनका। ਤਾਂ ਪ੍ਰਣਬਦਾ ਨਹੀਂ ਰਹੇ ਤੇ ਉਹਨਾਂ ਦੇ ਜਿਹੜੇ ਸਾਥੀ ਰਹੇ ਨੇ ਉਹ ਉਹਨਾਂ ਨੂੰ ਇਸ ਸਮੇਂ ਯਾਦ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪੂਰੀ ਦਿਨਚਰਿਆ ਰਹਿੰਦੀ ਸੀ। ਅਸੀਂ ਤੁਹਾਨੂੰ ਸਾਬਕਾ ਰੇਲਵੇ ਮਿਨਿਸਟਰ ਦੀ ਜਿਹੜਾ ਬਿਆਨ ਹੈ ਸੁਣਵਾ ਰਹੇ ਸੀ, ਪਵਨ ਕੁਮਾਰ ਬੰਸਲ, ਉਹਨਾਂ ਦੇ ਵੱਲੋਂ ਜਿਵੇਂ ਯਾਦ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਕਿ ਹਰ ਇੱਕ ਮੁੱਦੇ ਦਾ ਜਦੋਂ ਹੱਲ ਕੋਈ ਲੱਭਣ ਦੀ ਕੋਸ਼ਿਸ਼ ਹੁੰਦੀ ਸੀ, ਕੋਈ ਦਿੱਕਤ ਹੁੰਦੀ ਸੀ ਤਾਂ ਪ੍ਰਣਬਦਾ ਨੂੰ ਯਾਦ ਕੀਤਾ ਜਾਂਦਾ ਸੀ। ਅਸੀਂ ਉਹਨਾਂ ਦੇ ਪੂਰੇ ਸਿਆਸੀ ਕਰੀਅਰ ਦਾ ਜ਼ਿਕਰ ਕਰ ਰਹੇ ਹਾਂ, ਪਰ ਉਹਨਾਂ ਨੇ ਜੇ ਅਸੀਂ ਗੱਲ ਕਰੀਏ ਕਿ ਯੂਨੀਵਰਸਿਟੀ ਆਫ ਕੈਲਕਟਾ ਤੋਂ BA MA LLB ਦੀ ਪੜ੍ਹਾਈ ਆਪਣੀ ਕੰਪਲੀਟ ਕੀਤੀ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਉਹ ਵੈਸਟ ਬੰਗਾਲ ਦੇ ਨਾਲ ਹੀ ਤਾਲੁਕ ਰੱਖਦੇ ਸਨ। ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ 1935 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਵੈਸਟ ਬੰਗਾਲ ਦੇ ਵਿੱਚ ਹੀ ਤੇ ਫਿਲਹਾਲ ਉਹ ਨਵੀਂ ਦਿੱਲੀ ਦੇ ਵਿੱਚ ਰਹਿ ਰਹੇ ਸੀ। ਤਾਂ ਇੱਕ ਵੱਡਾ ਘਾਟਾ ਜਿਸ ਨੂੰ ਕਿਹਾ ਜਾ ਰਿਹਾ ਹੈ, ਉਹਨਾਂ ਦੇ 3 ਬੱਚੇ, ਇੱਕ ਸ਼ਮਿਸ਼ਠਾ ਮੁਖਰਜੀ ਜਿਨ੍ਹਾਂ ਨੂੰ ਤੁਸੀਂ ਸਿਆਸਤ ਦੇ ਵਿੱਚ ਵੀ ਦੇਖਦੇ ਹੋ, ਅਭਿਜੀਤ ਮੁਖਰਜੀ ਤੇ ਇੰਦਰਾਜੀਤ ਮੁਖਰਜੀ, ਇਹਨਾਂ ਦੇ ਬੱਚਿਆਂ ਦੇ ਨਾਮ ਨੇ ਤੇ ਭਾਰਤ ਰਤਨ 2019 ਦੇ ਵਿੱਚ ਇਸ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ 2008 ਦੇ ਵਿੱਚ ਪਦਮ ਵਿਭੂਸ਼ਣ ਦੇ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਤਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਵਿੱਤ ਮੰਤਰੀ ਦੇਸ਼ ਦੇ, ਸਾਬਕਾ ਰੱਖਿਆ ਮੰਤਰੀ ਦੇਸ਼ ਦੇ, ਸਾਬਕਾ ਵਿਦੇਸ਼ ਮੰਤਰੀ ਦੇਸ਼ ਦੇ, ਤਾਂ ਬਹੁਤ ਸਾਰੇ ਵੱਡੇ ਅਹੁਦੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਭਾਲੇ ਨੇ। ਖਾਸ ਤੌਰ ਤੇ 2004 ਤੋਂ ਬਾਅਦ 2004 ਤੋਂ ਲੈ ਕੇ 2006 ਤੱਕ ਉਹਨਾਂ ਦੇ ਕੋਲ ਡਿਫੈਂਸ ਦਾ ਪੂਰਾ ਡਿਪਾਰਟਮੈਂਟ ਰਿਹਾ, ਪੂਰਾ ਮੰਤਰਾਲਾ ਰਿਹਾ ਤੇ ਉਸ ਤੋਂ ਬਾਅਦ 2006 ਵਿੱਚ ਉਹਨਾਂ ਨੂੰ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਜ਼ਿੰਮੇਵਾਰੀ ਸੌਂਪੀ ਗਈ, ਯਾਨੀ ਕਿ ਵਿਦੇਸ਼ ਮੰਤਰਾਲਾ ਉਹਨਾਂ ਨੂੰ ਸੌਂਪਿਆ ਗਿਆ। 2009 ਤੱਕ ਉਹ ਵਿਦੇਸ਼ ਮੰਤਰਾਲੇ ਨੂੰ ਸੰਭਾਲਦੇ ਰਹੇ। ਉਸ ਤੋਂ ਬਾਅਦ ਜਦੋਂ 2009 ਦੇ ਵਿੱਚ ਦੁਬਾਰਾ ਇਲੈਕਸ਼ਨ ਹੋਏ, ਦੁਬਾਰਾ ਕਾਂਗਰਸ ਨੇ ਦੇਸ਼ ਦੇ ਵਿੱਚ ਜਿੱਤ ਹਾਸਲ ਕੀਤੀ ਸੀ। Long association with him which stretched over 35 years and got to know him intimately. What a wonderful personality he was, very hard working. In fact, he was a moving, walking encyclopedia. You could talk to him on anything and he would know everything about any subject. I also had the privilege of working as Minister for Parliamentary Affairs when he was the leader of the House Lok Sabha, and also that of being his election agent when he contested for the presidentship. So it's a personal loss for me, it's a loss for the country, but indeed a very personal loss for me also, because I learnt a lot from him, and in his passing away the country has suffered an immense loss which in fact will indeed be very difficult to actually fill that void which has been created. भूतपूर्व राष्ट्रपति श्री प्रणब मुखर्जी के निधन पर बहुत ही खेद हुआ है। मुझे इस बात का बहुत सौभाग्य प्राप्त हुआ था कि लंबे अरसे से 35 वर्षों से ऊपर से उनका वाकफ़ था, उनको जानता था, नज़दीकी से काम किया है, काम करते उनको देखा है। हर वक्त वो एक चीज़ में बिल्कुल दिलचस्पी से काम करते थे और एक जैसे इंसाइक्लोपीडिया, घूमता फिरता इंसाइक्लोपीडिया है, वो ऐसा था। इतिहास की बात कर लीजिए, आप कानून की बात कर लीजिए, सब चीज़ों पे ऐसे थे। और मुझे ये साथ गौरव प्राप्त हुआ था कि सौभाग्य प्राप्त हुआ था ये कि जब वो हमारे लीडर ऑफ द हाउस थे लोकसभा में, मैं साथ मिनिस्टर फॉर पार्लियामेंट्री अफेयर्स काम किया और उसके बाद जब उनका चुनाव था राष्ट्रपति का, उस वक़्त मुझे उनके इलेक्शन एजेंट बनने का मौका मिला। आज पूरा देश इस बात से बहुत दुखी है, प्रभावित है और ये जो एक कमी हुई है हमारे एक जनजीवन में, ये पूरी करनी, इसकी पूर्ति बहुत ही मुश्किल है। आज सब जब उस दुख में डूबे हुए हैं तो मैं उनके परिवार को, अभिजीत को, सुनिश्ता को, उनको सभी को अपने साथ से संवेदना प्रकट करता हूँ। और ऐसे इंसान की जगह परमात्मा के चरणों में तो है, लेकिन मैं उनको यही दुआ करता हूँ कि
जो कुछ उनके आदर्श थे वो उन पे चल सके, उनकी पालना करें। उनका व्यक्तित्व कैसा था? एक इस समय फोन लाइन पर हमारे साथ गुलाम नबी आजाद जी हैं। सर बहुत बहुत स्वागत है आपका न्यूज 18 पर। किस तरह से आप याद कर रहे हैं एक बहुत बड़ी क्षति पूरे सियासी जगत को भी और साथ साथ पूरे देश को भी, जिस तरह से निधन हुआ है पूर्व राष्ट्रपति का? देखिए, देशवासियों को और कांग्रेस पार्टी को तो बहुत ही नुकसान हुआ है, लेकिन मैं व्यक्तिगत तौर पर कहूंगा हमें बहुत नुकसान हुआ जी, क्योंकि यूथ कांग्रेस के जमाने से मैं जानता हूं उन्हें, और जब 1980 में इंदिरा गांधी प्रधानमंत्री बनी तो हम जूनियर मिनिस्टर बने, वो कैबिनेट मिनिस्टर बने। तो तब से लेकर हम दोनों तकरीबन 4 दशकों तक इकट्ठे कैबिनेट में भी रहे और पार्लियामेंट में भी इकट्ठे रहे और वर्किंग कमेटी में भी रहे, संगठन में भी रहे। तो 4 दशकों से तो हम इकट्ठे मिलके काम कर रहे थे सरकार में और पार्टी में। और जब वो राष्ट्रपति भी थे तो तब भी कहीं चौथे 5 फोन आता था, उनका बड़ापन था, वो छोटा और बड़े उम्र में ज्यादा फर्क नहीं समझते थे, और राष्ट्रपति बने तो इसलिए पुराने साथियों को कभी नहीं भूलते थे। राष्ट्रपति होकर भी साल में एक दफा डिनर तो राष्ट्रपति बुलाता ही था, सारे लोगों को अलग बात है, लेकिन अकेले भी कभी न कभी लंच और डिनर पे बुलाते थे। उनका बड़ापन था। तो हमारे जो रिश्ते रहे वो 40 दशक से ज्यादा तक रहे और निकट रिश्ते रहे। वो बहुत अच्छे एडमिनिस्ट्रेटर थे, वो बहुत अच्छे लीडर थे, वो बहुत अच्छे राइटर थे, वो बहुत अच्छे इकोनॉमिस्ट थे। तो मैं समझता हूं कि आज देश ने एक बहुत अच्छा इकोनॉमिस्ट, बहुत अच्छा लीडर और बहुत अच्छा एडमिनिस्ट्रेटर खो दिया है। और उनका जो आदर था, चाहे वो राष्ट्रपति थे या मंत्री थे, फाइनेंस मिनिस्टर थे, फॉरेन मिनिस्टर थे या डिफेंस मिनिस्टर थे, उनका लोग न सिर्फ पार्टी के अंदर बल्कि विपक्ष के अंदर भी, सदन के और सदन के बाहर उनकी इज्जत करते थे, उनका सम्मान करते थे। ये बहुत बड़ी बात उनमें तो अच्छी थी। जी सर, कोई ऐसा किस्सा जो आप आज सबके साथ साझा करना चाहें, कोई ऐसी याद जो जुड़ी हुई हो? क्योंकि हमारी इससे पहले बात हो रही थी पवन कुमार बंसल जी से, वो कह रहे थे कि बहुत सारे मुद्दों पर उनकी राय ली जाती थी जब कहीं मामला फंस जाता था। ये सच है कि कैबिनेट में जब वो बैठते थे तो वो विषम तामा की तरह बैठते थे। जब आपस में हम लोगों के कैबिनेट में झगड़े होते थे, हम न्याय नहीं कर पाते थे कि कौन सा वहां कैबिनेट के सामने किस मान, तो फिर वो आर्बिट्रेटर के तौर पे काम करते थे। नहीं, ये चलो सब ये हो गया, तो फिर सब मान जाते थे। जी शुक्रिया सर, बहुत बहुत धन्यवाद हमारे साथ जुड़ने के लिए, इस पूरी बातचीत के लिए। गुलाम नबी आजाद ਦੇ ਵੱਲੋਂ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਜਾ ਰਿਹਾ, ਯਾਦ ਕੀਤਾ ਜਾ ਰਿਹਾ, ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਘਾਟਾ ਹੈ ਪੂਰੇ ਦੇਸ਼ ਨੂੰ, ਦੇਸ਼ ਦੀ ਸਿਆਸਤ ਨੂੰ, ਕਾਂਗਰਸ ਨੂੰ, ਤੇ ਨਾਲ ਕੀ ਇਸ ਸਮੇਂ ਖਾਸ ਇਹ ਵੀ ਹੈ ਕਿ ਦੇਖੋ ਕਿ ਜਿਹੜੇ ਬਹੁਤ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਸੀ, ਉਹਨਾਂ ਦੇ ਨਾਲ ਸਿਆਸੀ ਤੌਰ ਦੇ ਉੱਤੇ ਲਗਾਤਾਰ ਉਹਨਾਂ ਦੇ ਮੇਲ ਮਿਲਾਪ ਹੁੰਦੇ ਸੀ, ਉਹ ਨਿੱਜੀ ਤੌਰ ਦੇ ਉੱਤੇ, ਜਿਵੇਂ ਗੁਲਾਮ ਨਬੀ ਆਜ਼ਾਦ ਜੀ ਨੇ ਵੀ ਜ਼ਿਕਰ ਕੀਤਾ ਕਿ ਇੱਕ ਨਿੱਜੀ ਤੌਰ ਤੇ, ਵਿਅਕਤੀਗਤ ਤੌਰ ਦੇ ਉੱਤੇ ਉਹਨਾਂ ਨੂੰ ਬਹੁਤ ਵੱਡਾ ਘਾਟਾ ਹੋਇਆ। ਸਾਬਕਾ राष्ट्रपति प्रणब मुखर्जी के देहांत बारे ट्वीट किया गया। राष्ट्रपति वो ऐसे नेता थे जिन्होंने सदैव दलगत राजनीति से ऊपर अपने देश को रखा। उनकी विद्वता, राष्ट्र के विकास के लिए उनकी प्रतिबद्धता, ये भी पकड़ लेना, विषयों पर उनकी पकड़, उनकी विलक्षण बुद्धि उन्हें सबसे अलग हटके एक राजनेता बनाती थी। हम सब जानते हैं अपने विचारों को पूरी दृढ़ता के साथ वो रखते थे और देश के विकास में उनका अतुलनीय योगदान है। आजादी के बाद से ही लगातार सरकारों में, केंद्र सरकार में
विभिन्न महत्वपूर्ण पदों पर रहकर उन्होंने मां भारती की, जनता की अद्वितीय सेवा की है। जब वे वित्त मंत्री थे और मध्य प्रदेश में किसानों की फसलें खराब हुई थी, तो मुख्यमंत्री के नाते मैं उनसे मिला था। पहले पाला प्राकृतिक आपदा में नहीं आता था, ये प्रणब दा ही थे जिनने कहा कि पाला भी प्राकृतिक आपदा है। एक ग्रुप ऑफ मिनिस्टर से बना था जिसको हेड प्रणब दा कर रहे थे। तो मध्य प्रदेश के मुख्यमंत्री शिवराज सिंह चौहान भी उन्होंने याद कर रहे हैं। बेशक बीजेपी के बड़े लीडर ने, पर याद हर किसी के वल्लों अज किया जा रहा है। साबका राष्ट्रपति प्रणब मुखर्जी को एक बड़ी खबर है। इस विचाले पंजाब के मुख्यमंत्री कैप्टन अमरिंदर सिंह ने भी ट्वीट किया है, तो उन्होंने वल्लों भी ट्वीट करके उन्होंने कहा कि उन्होंने कमी हमेशा रड़कती रहेगी, परमात्मा उन्होंने आत्मा को शांति देवे। तो जिक्र इस समय साबका राष्ट्रपति प्रणब मुखर्जी का हो रहा है, तो दुख का प्रगटावा हर पासे किया जा रहा है। मुख्यमंत्री कैप्टन अमरिंदर सिंह ने ट्वीट किया, उन्होंने कहा कि साबका राष्ट्रपति प्रणब मुखर्जी के देहांत की खबर सुन के बहुत दुख पहुंचा। और साडे लई वड्डे भरा की तरह सन, उन्होंने कमी हमेशा रड़कती रहेगी, परमात्मा उन्होंने आत्मा को शांति देवे। इत्थे रुक रहे एक छोटे ਜਿਹੇ वक्फे ਦੇ ਲਈ, वापस आवांगे ते गल होवेगी खबरां दे प्राइम टाइम दे विच अज दे मुद्दे दी।